ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉਤੇ ਆਮੀਨ। ਪ੍ਰਭੂ ਯਿਸੂ ਮਸੀਹ ਵਿੱਚ ਮੇਰੇ ਪਿਆਰੇ ਬੱਚਿਓ, ਸਾਰਿਆਂ ਨੂੰ ਜੈ ਯਿਸੂ ਮਸੀਹ ਦੀ। ਆइए ਅਸੀਂ ਇੱਕ ਪ੍ਰਾਰਥਨਾ ਦੇ ਜਰੀਏ ਪ੍ਰਾਰਥਨਾ ਭਵਨ ਟੀਵੀ ਦੇ ਮਾਧਿਅਮ ਦੇ ਰਾਹੀਂ ਆइए ਅਸੀਂ ਭਗਤੀ ਭਾਵ ਦੇ ਨਾਲ ਅੱਜ ਦੀ ਇਸ ਕਲਾਸ ਅਸੀਂ ਸ਼ੁਰੂ ਕਰਾਂਗੇ। पाक खुदा तू कर दे दया, ऐ पाक खुदा तू कर दे दया, ऐ पाक खुदा तू कर दे दया, मैनू ऐना काबिल बना। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। तेरे पैदा नू जान सका, तेरे पैदा नू जान सका। प्यारे बच्चियों, अज असी अध्याय 7 यीशु ने साडे दुखां नू अपने उपर ले लिया, इस टॉपिक के बारे पढ़ांगे। जदों असी इस टाइटल पढ़िया, सब तो पहला साढ़े मन दे विच साढ़े दिलों दे विच यही सोच शायद आए होंगे कि साढ़े प्रभु ने मुक्तिदाता बन के मेरे गुनाहों तो मैनू बचाउण लई, मेरे दुखों तो मैनू बचाउण लई इस धरती उत्ते जन्म लिया। इसका अर्थ, इसका मतलब यही है कि प्रभु यीशु मसीह इस धरती उत्ते एक इंसान दे रूप लेके आया ताकि तुहाडा भी मेरा भी असां सारिਆਂ ਦੀ, इस दुनिया के पूरी दुनिया के दुख मुसीबतों को प्रभु यीशु मसीह दूर करे अते उन्हां दी कृपा हमेशा साडे सारिਆਂ दे उत्ते होवे। प्यारे बच्चियों, अज दे इस अध्याय दे विच असीं खास करके 2 टॉपिक के बारे पढ़ांगे। सब तो पहला प्रभु यीशु दे मुक्तिकारी दुख भोग दी भविष्यवाणी, दूसरा उजाड़ विच कहंदे सप नूं खड़ा करना। अज दे इस दोनों टॉपिकों के विच असीं यही पढ़ांगे किस तरह प्रभु यीशु मसीह साडे दुखां नूं दूर करन लई, सानूं बचाउण लई, साडे गुनाहां तो सानूं मुक्ति दिलाउण लई इस धरती ते जन्म लिया। अते वही प्रभु यीशु मसीह दे आउण दे बारे पुराने नेम दे विच किस तरह लिखिया अते उन्हां भविष्यवाणियां नूं किस तरह प्रभु यीशु मसीह नवे नेम दे विच पूरा करदा है। अस वेखते हाँ यशायाह नबी के जरिए पुराने नेम दे विच साडे लई ये भविष्यवाणी की, बहुत सारे लोग उसनूं देख के हैरान रह गए क्योंकि उसका रूप इन्ना विगड़िया होया सी कि उसनूं मानव कहना भी कठिन सी। असी उसकी निंदा की अते उसनूं रद्द दिता, उस वल किसी ने देखा तक ना, उसका असी कुछ मुल ना पाया, इसलिए उसनूं बेध्यान कर दिता। सचमुच उसने साढ़े गम ले लई अते साड़ी थां साढ़े दुख सहे, पर फिर भी असी उसनूं सजा दिती। सो वो साढ़े पापां कारण जख्मी होया, साढ़े अपराधां दी मार उसने खाधी। प्रभु यीशु मसीह दे इस धरती ते आउण दे बारे अते प्रभु यीशु मसीह दा दुख भोग, प्रभु यीशु मसीह दा मौत अते उन्हां दे जी उठण दे बारे
ਪੁਰਾਣੇ ਨਿਯਮ ਦੇ ਵਿੱਚ ਅਸੀਂ ਵੱਖ-ਵੱਖ ਥਾਵਾਂ ਦੇ ਵਿੱਚ ਦੇਖਦੇ ਹਾਂ ਕਿਸ ਤਰ੍ਹਾਂ ਇੱਕ ਮੁਕਤੀਦਾਤਾ ਲੋਕਾਂ ਦੇ ਹਰ ਇੱਕ ਗੁਨਾਹ ਤੋਂ ਮੁਕਤੀ ਦੇਣਗੇ ਅਤੇ ਕਿਸ ਤਰ੍ਹਾਂ ਮੁਕਤੀਦਾਤਾ ਇੱਕ ਇਨਸਾਨ ਹੋ ਕੇ ਲੋਕਾਂ ਦੇ ਦੁੱਖਾਂ ਨੂੰ ਸਹਿਣਗੇ। ਸੱਚਮੁੱਚ ਪ੍ਰਭੂ ਯਿਸੂ ਮਸੀਹ ਦੇ ਇਸ ਧਰਤੀ ਤੇ ਆਉਣ ਦਾ ਮਕਸਦ ਇਹੀ ਹੀ ਸੀ ਕਿ ਹਰ ਇੱਕ ਇਨਸਾਨ ਦੇ ਦੁੱਖ ਮੁਸੀਬਤਾਂ ਨੂੰ ਇੱਕ ਇਨਸਾਨ ਹੋ ਕੇ ਹੀ ਪ੍ਰਭੂ ਯਿਸੂ ਜਾਣੀਏ ਅਤੇ ਪ੍ਰਭੂ ਯਿਸੂ ਮਸੀਹ ਇਨਸਾਨ ਦੇ ਦੁੱਖਾਂ ਨੂੰ ਇੱਕ ਇਨਸਾਨ ਬਣ ਕੇ ਸਹੀਏ ਅਤੇ ਉਹੀ ਪ੍ਰਭੂ ਯਿਸੂ ਮਸੀਹ ਇਨਸਾਨ ਦੇ ਗੁਨਾਹਾਂ ਦੇ ਲਈ ਇੱਕ ਇਨਸਾਨ ਹੋ ਕੇ ਸਲੀਬ ਚੁੱਕ ਕੇ ਉਹਨਾਂ ਦੇ ਉਹੀ ਸਲੀਬ ਦੇ ਉੱਤੇ ਉਹਨਾਂ ਦੀ ਜਾਨ ਕੁਰਬਾਨ ਕਰ ਦੇਵੇ ਅਤੇ ਇਹ ਮਕਸਦ ਦੇ ਨਾਲ ਪ੍ਰਭੂ ਯਿਸੂ ਧਰਤੀ ਉੱਤੇ ਜਨਮ ਲਿਆ। ਅਤੇ ਪਿਆਰਿਓ, ਪ੍ਰਭੂ ਯਿਸੂ ਮਸੀਹ ਉਹਨਾਂ ਦੇ ਮੁਕਤੀਕਾਰੀ ਦੁੱਖ ਭੋਗ ਦੀ ਜੋ ਭਵਿੱਖਬਾਣੀ ਪੁਰਾਣੇ ਨਿਯਮ ਦੇ ਵਿੱਚ ਹੋਇਆ ਹੈ ਉਹਨਾਂ ਸਾਰਿਆਂ ਨੂੰ ਕਿਸ ਤਰ੍ਹਾਂ ਪੂਰਾ ਕੀਤੀਆਂ। ਅੱਜ ਦਾ ਪਹਿਲਾ ਜੋ ਹਿੱਸਾ ਹੈ ਉਹਦੇ ਵਿੱਚ ਅਸੀਂ ਵੇਖਦੇ ਹਾਂ ਪ੍ਰਭੂ ਯਿਸੂ ਨੇ ਮਾਨਵ ਜਾਤੀ ਦੇ ਪਾਪਾਂ ਦੀ ਮਾਫੀ ਵਾਸਤੇ ਆਪਣੇ ਆਪ ਦੀ ਕੁਰਬਾਨੀ ਦਿੱਤੀ। ਪ੍ਰਭੂ ਦਾ ਜ਼ਖਮਾਂ ਨਾਲ ਪੂਰਾ ਸਰੀਰ ਲਹੂ ਲੁਹਾਨ, ਸਿਰ ਉਤੇ ਕੰਡਿਆਂ ਦਾ ਤਾਜ, ਹੱਥਾਂ ਵਿੱਚ ਕਿਲ, ਜ਼ਾਲਮਾਂ ਦੁਆਰਾ ਉਡਾਈਆਂ ਗਈਆਂ ਮਜ਼ਾਕ ਪ੍ਰਭੂ ਯਿਸੂ ਨੂੰ ਲੋਕਾਂ ਦਾ ਦੁੱਖ ਹਰਨ ਕਰਨ ਵਾਲੀ ਸੰਪੂਰਨ ਤਸਵੀਰ ਨੂੰ ਦਰਸਾਉਂਦਾ ਹੈ। ਪ੍ਰਭੂ ਯਿਸੂ ਮਸੀਹ ਦੇ ਨਾਲ ਬਹੁਤ ਕੁਝ ਹੋਇਆ ਅਤੇ ਪ੍ਰਭੂ ਯਿਸੂ ਨੂੰ ਬਹੁਤ ਕੁਝ ਦੁੱਖ ਸਹਿਣਾ ਪਿਆ। ਅਸੀਂ ਵੇਖਦੇ ਹਾਂ ਸੰਤ ਯੋਹੰਨਾ ਦੇ ਅੰਜੀਲ ਦੇ ਵਿੱਚ ਪ੍ਰਭੂ ਯਿਸੂ ਦੇ ਜ਼ਿੰਦਗੀ ਦੇ ਆਖਰੀ ਸਮਾਂ ਦੇ ਵਿੱਚ ਕਿਹੜੇ ਗੱਲਾਂ ਵਾਪਰੀਆਂ ਅਤੇ ਪ੍ਰਭੂ ਯਿਸੂ ਮਸੀਹ ਦੇ ਨਾਲ ਕਿਸ ਤਰ੍ਹਾਂ ਦੇ ਦੁੱਖ ਮੁਸੀਬਤਾਂ ਹੋਇਆ ਅਤੇ ਪ੍ਰਭੂ ਯਿਸੂ ਮਸੀਹ ਨੂੰ ਕਿੰਨੇ ਦੁੱਖ ਸਹਿਣਾ ਪਿਆ। ਇੱਥੋਂ ਤੱਕ ਪ੍ਰਭੂ ਯਿਸੂ ਮਸੀਹ ਦੇ ਸਿਰ ਦੇ ਉੱਤੇ ਕੰਡਿਆਂ ਦਾ ਤਾਜ ਰੱਖਿਆ ਗਿਆ ਸੀ। ਪ੍ਰਭੂ ਯਿਸੂ ਮਸੀਹ ਦੇ ਸਰੀਰ ਦੇ ਉੱਤੇ 3 ਕਿੱਲਾਂ ਦੇ ਨਾਲ ਟੋਕਿਆ ਗਿਆ ਸੀ ਅਤੇ ਪ੍ਰਭੂ ਯਿਸੂ ਮਸੀਹ ਨੂੰ ਉਸ ਸਲੀਬ ਦੇ ਉੱਤੇ ਆਖਿਰ ਵਿੱਚ ਚੜਾਇਆ ਗਿਆ ਅਤੇ ਪ੍ਰਭੂ ਯਿਸੂ ਦੇ ਵੱਖੀ ਤੇ ਨੇਜਾ ਮਾਰਿਆ ਗਿਆ। ਸੋ ਇਹੋ ਜਿਹੇ ਬਹੁਤ ਸਾਰੇ ਦੁੱਖ ਮੁਸੀਬਤਾਂ ਨੂੰ ਪ੍ਰਭੂ ਯਿਸੂ ਸਹਿਆ ਅਤੇ ਸਾਡੇ ਦੁੱਖਾਂ ਨੂੰ ਉਹਨਾਂ ਦੇ ਮੋਢੇ ਤੇ ਉਹ ਲੈ ਲਿਆ। ਅੱਜ ਦਾ ਪਹਿਲਾ ਟੌਪਿਕ ਦੇ ਵਿੱਚ ਅਸੀਂ ਪੜਾਂਗੇ ਪ੍ਰਭੂ ਯਿਸੂ ਦੇ ਮੁਕਤੀਕਾਰੀ ਦੁੱਖ ਭੋਗ ਦੀ ਭਵਿੱਖਬਾਣੀ। ਪ੍ਰਭੂ ਯਿਸੂ ਨੂੰ ਇਸ ਗੱਲ ਦਾ ਪੂਰਾ ਗਿਆਨ ਸੀ ਕਿ ਖੁਦਾ ਨੇ ਉਸ ਨੂੰ ਲੋਕਾਂ ਦੇ ਪਾਪਾਂ ਦੀ ਰਿਹਾਈ ਵਾਸਤੇ ਚੁਣਿਆ ਹੈ। ਪ੍ਰਭੂ ਦਾ ਆਪਣੀ ਮੌਤ ਬਾਰੇ 3 ਵਾਰ ਪਹਿਲਾਂ ਹੀ ਦੱਸਣਾ ਇਸ ਗੱਲ ਦਾ ਸੰਕੇਤ ਹੈ। ਯਾਨੀ ਪ੍ਰਭੂ ਯਿਸੂ ਮਸੀਹ ਦੀ ਮੌਤ ਦੇ ਬਾਰੇ ਸੰਤ ਯੋਹੰਨਾ ਦੇ ਅੰਜੀਲ ਦੇ ਵਿੱਚ ਖਾਸ ਕਰਕੇ 3 ਵਾਰੀ ਭਵਿੱਖਬਾਣੀਆਂ ਹੋਈਆਂ ਅਤੇ ਉਹੀ ਪ੍ਰਭੂ ਯਿਸੂ ਮਸੀਹ ਦੇ ਦੁੱਖ ਭੋਗ ਦੇ ਬਾਰੇ, ਪ੍ਰਭੂ ਯਿਸੂ ਦਾ ਮੌਤ ਦੇ ਬਾਰੇ, ਪ੍ਰਭੂ ਯਿਸੂ ਮਸੀਹ ਦੇ ਜੀ ਉੱਠਣ ਦੇ ਬਾਰੇ ਜ਼ਿਕਰ ਸੰਤ ਯੋਹੰਨਾ ਦੇ ਅੰਜੀਲ ਦੇ ਵਿੱਚ ਅਸੀਂ ਵੇਖਦੇ ਹਾਂ। ਪਿਆਰੇ ਬੱਚਿਓ, ਅਸੀਂ ਇਹ ਵੀ ਵੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੂੰ ਪੂਰੇ ਗਿਆਨ ਸੀ ਕਿ ਉਹ ਮਰਨਾ ਹੈ, ਉਹ ਜੀ ਉੱਠਣਾ, ਇਹ ਸਭ ਕੁਝ ਪ੍ਰਭੂ ਯਿਸੂ ਜਾਣਦਾ ਸੀ ਅਤੇ ਉਸ ਭਵਿੱਖਬਾਣੀ ਨੂੰ ਪ੍ਰਭੂ ਯਿਸੂ ਸਲੀਬ ਦੇ ਉੱਤੇ ਆਪਣੀ ਜਾਨ ਕੁਰਬਾਨ ਕਰਨ ਦੇ ਰਾਹੀਂ ਪੂਰਾ ਕਰਦਾ ਹੈ ਅਤੇ ਤੀਸਰਾ ਦਿਨ ਜੀ ਉੱਠਣ ਦੇ ਰਾਹੀਂ ਜੋ ਅਸੀਂ ਈਸਟਰ ਵਾਲੇ ਦਿਨ ਮਨਾਉਂਦੇ ਹਾਂ ਉਹੀ ਪ੍ਰਭੂ ਯਿਸੂ ਮਸੀਹ ਆਪਣੀ ਜੀ ਉੱਠਣ ਦੇ ਰਾਹੀਂ ਉਹੀ ਭਵਿੱਖਬਾਣੀਆਂ ਨੂੰ ਪੂਰਾ ਕਰਦਾ ਹੈ। ਅਸੀਂ ਵੇਖਦੇ ਹਾਂ ਯਿਸੂ ਦੇ ਮੁਕਤੀਕਾਰੀ ਦੁੱਖ ਦੀ ਪਹਿਲੀ ਭਵਿੱਖਬਾਣੀ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਕੈਸਰੀਆ ਫਿਲਿੱਪੀ ਵਿਖੇ ਪਤਰਸ ਨੇ ਇਕਰਾਰ ਕੀਤਾ ਅਤੇ ਪ੍ਰਭੂ ਯਿਸੂ ਨੂੰ ਕਿਹਾ, ਤੁਸੀਂ ਮਸੀਹ ਹੋ, ਜਿਉਂਦੇ ਖੁਦਾ ਦਾ ਪੁੱਤਰ। ਉਸ ਦਿਨ ਤੋਂ ਯਿਸੂ ਆਪਣੇ ਚੇਲਿਆਂ ਨੂੰ ਇਹ ਦਰਸਾਉਣ ਲੱਗਾ ਕਿ ਉਸ ਯਰੂਸ਼ਲਮ ਜਾਣਾ ਹੈ ਅਤੇ ਨੇਤਾਵਾਂ, ਮਹਾਪੁਰੋਹਿਤਾਂ ਅਤੇ ਧਰਮ ਗ੍ਰੰਥੀਆਂ ਦੇ ਹੱਥੋਂ ਬਹੁਤ ਦੁੱਖ ਸਹਿਣਾ ਹੈ ਅਤੇ ਮਾਰ ਦਿੱਤਾ ਜਾਣਾ ਹੈ ਅਤੇ ਤੀਜੇ ਦਿਨ ਜਿਉਂਦਾ ਕੀਤਾ ਜਾਣਾ ਹੈ। ਸੱਚਮੁੱਚ ਪ੍ਰਭੂ ਯਿਸੂ ਮਸੀਹ ਦੇ ਮੌਤ ਦੇ ਬਾਰੇ ਇਹਨਾਂ ਸਾਰੇ ਭਵਿੱਖਬਾਣੀਆਂ ਹੋਈਆਂ ਸੀ ਅਤੇ ਖਾਸ ਕਰਕੇ ਇੱਕ ਭਵਿੱਖਬਾਣੀ ਜੋ ਪਹਿਲਾ ਭਵਿੱਖਬਾਣੀ ਜਦੋਂ ਕੈਸਰੀਆ ਫਿਲਿੱਪੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਉਹਨਾਂ ਦੇ ਰਸੂਲਾਂ ਦੇ ਨਾਲ ਚੱਲਦਾ ਸੀ, ਉਸ ਸਮਾਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਲੋਕ ਕੀ ਕਹਿੰਦੇ ਹਨ ਕਿ ਮੈਂ ਕੌਣ ਹਾਂ ਅਤੇ ਉਹਨਾਂ ਦੇ ਜਵਾਬ ਇਹ ਸੀ ਕਿ ਕੁਝ ਲੋਕ ਕਹਿੰਦੇ ਕਿ ਤੁਸੀਂ ਏਲੀਆ ਹੋ, ਕੁਝ ਲੋਕ ਕਹਿੰਦੇ ਕਿ ਤੁਸੀਂ ਯੋਹੰਨਾ ਬਪਤਿਸਮਾ ਦੇਣ ਵਾਲੇ ਹੋ ਤੇ ਹੋਰ ਕੁਝ ਲੋਕ ਕਹਿੰਦੇ ਹਨ ਕਿ ਤੁਸੀਂ ਨਬੀਆਂ ਦੇ ਵਿੱਚ ਇੱਕ ਹੋ। ਫਿਰ ਪ੍ਰਭੂ ਯਿਸੂ ਰਸੂਲਾਂ ਨੂੰ ਇਹ ਸਵਾਲ ਪੁੱਛਦਾ ਹੈ ਕਿ ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ ਅਤੇ ਪਤਰਸ ਨੇ ਜੋ ਸਭ ਤੋਂ ਹਿੰਮਤ ਵਾਲਾ ਇੱਕ ਆਦਮੀ ਸੀ, ਰਸੂਲ ਸੀ, ਉਹਨਾਂ ਨੇ ਪੂਰੇ ਦਲੇਰੀ ਦੇ ਨਾਲ, ਪੂਰੇ ਹਿੰਮਤ ਦੇ ਨਾਲ ਇਹ ਆਖਿਆ, ਇਹ ਇਕਰਾਰ ਕੀਤਾ
कि तुसी मसीह हो, जिउंदा खुदा दा पुत्र। तुसी मसीह हो जो इस धरती उत्ते हर एक दे दुखां नूं, दर्दां नूं, परेशानियां नूं लेण वाला, जो हर एक गुनाहगारां नूं बचाउण वाला। अते इस सच्चाई नूं उन्हां ने इकरार कीता। अते फिर अस वेखदे हां प्रभु यीशु मसीह उन्हां नूं पहली वारी भविष्यवाणी करदा है कि मेरी जिंदगी दे विच इस तरह दे खड़नावां होणे आ, जिस तरह प्रभु यीशु दा दुख भोग, मौत ते जी उठना। फिर उन्हां ने, पतरस ने प्रभु यीशु मसीह नूं ये गल कहंदा है, खुदा ना करे प्रभु इस तरह तुहाडे नाल कदी भी ना वापरे, कदी भी इहो जी परेशानी ना आवे, कदी भी तुसी दुख नहीं सहना, कदी भी तुसी मौत हासिल नहीं करना। ये पतरस ने प्रभु यीशु मसीह कोल जाके दसदा है। लेकिन प्रभु यीशु मसीह उन्हां नूं कहंदा है, चल मैथों पीछे हट शैतान, तू मेरे राह विच ठोकर है, क्योंकि तेरी सोच खुदा वल दी नहीं सगों मनखां वल दी है। उन्हें समा प्रभु यीशु मसीह दे बारे, प्रभु यीशु मसीह जो मुक्तिदाता है, जो प्रभु है, जो खुदा दे इकलौता बेटा है, जो मसीह है, इस दुनिया में बचाने वाला है, ये इकरार करते हुए जो खुदा तो उन्होंने प्रेरणा मिली है, उस प्रेरणा दे राही उन्होंने ये गल कही कि तुसी मसीह हो। लेकिन बाद विच जो इंसान की सोच उत्थे आ जाते हैं, इंसान दे जो सुभाव है, उस सुभाव दे राही, उस सोच दे राही वो इकरार करता है कि तुसी यहो जिहा दुख सहना नहीं, तुसी यहो जिहा मौत नहीं सहना, अते तुसी जी उठना नहीं। सो इस सच्चाई नूं संत पतरस उन्हां दे सामने मना करता है। फिर प्रभु यीशु कहता है, शैतान पीछे हट जा, क्योंकि ये खुदा दे नहीं सगों इंसान की सोच तुहाडे विच है, अते उस दे राही तुसी एक गल कही। सो प्यारे बच्चियों, प्रभु यीशु मसीह इन्हां भविष्यवाणियां करन दे राही सानू भी एक गल कहता है कि मेरी जिंदगी दे विच इस तरह होना है, अते मैं तीसरा दिन जी उठन दे राही इस धरती दे उत्ते खुदा दे राज फैलाउणा ते तुहानू मुक्ति दिलाउणी है, तुहानू मैं नजात बख्शना है। अते इस काम दे लई प्रभु यीशु इस धरती उत्ते आया है। अस वेखदे हां अगला टॉपिक, उजाड़ विच कई सप नूं खड़ा करना। उजाड़ दे विच लकड़ दे उत्ते सप नूं खड़ा करन दे राही इस्राएल कौम बचाए जाता है। पुराने नियम दे विच अस वेखदे हां खुदा बाप ने मूसा नबी अते उन्हां दे भरा हारून दे राही खुदा दे चुने हुए कौम इस्राएल कौम नूं मिस्र देश तो बाहर कढ के लिआंदा। उन्होंने उतों बचाने तो बाद वो कानान देश वाल जाते हैं। 40 साल लिया उन्होंने कानान देश तक पहुँचने लई, अते वो जाते जाते समा बहुत कुछ परेशानी उन्होंने सामना करना पिया। इस्राएल कौम ने इतों तक मूसा के खिलाफ बुड़बड़ाउण लगे। उन्होंने कहा, सानू मिस्र देश दे विचों क्यों कढ के बाहर लिआंदे, हुण असीं भुखे हाँ, सानू रोटी नहीं मिलती, सानू पानी नहीं मिलता, कुछ भी नहीं मिलता, तुसीं सानू बाहर कढ के क्यों लेके आए। प्यारियों, उत्थे खुदा बाप के खिलाफ जदों इस्राएल कौम ने बुड़बड़ाए, उस समय खुदा बाप उत्थे उन्हां दे विचकार जहरीले सप्पां नूं घल्लदे आ। सप्पां ने कट्टण दे राही वो बहुत सारे लोग मर जाते हैं। लेकिन फिर भी लोग मूसा नबी कोल जाके कहते हैं, असीं पछताउंदे हां, असीं साडे गुनाहां नूं हुण जाणदे हां, सो इसलिए खुदा बाप दे अगे साडे लई सिफारिश करो, साडे लई दुआ करो ताकि असीं हुण अगे जीवां। अते अस वेखदे हां मूसा नबी खुदा बाप कोल जाके इस्राएल कौम दे दुखां नूं पेश करदा है। अते प्रभु ने मूसा नूं कहा, तू एक सप बना के एक वंश उत्ते टंग अते उसनूं खड़ा कर दे, जो सप दा कटिया मनक तेरे बनाए इस सप नूं देखेगा वो बच जाएगा। मूसा ने उवें ही किया जिवें प्रभु ने कहा। जिन्हां ने इस सप नूं देखिया वो जिउंदे रह गए। ये पुराने नियम दे विच अस वेखदे हां, एक लकड़ दे उत्ते सप नूं खड़ा करन दे राही जिन्ने भी लोग उन्हां वल वेख्या वो बचाए गए। हुण नवे जो इस्राएल है, साडी कलीसिया है, इस कलीसिया दे विच साडे लई साडे गुनाह दे लई प्रभु यीशु मसीह इस धरती ते आया।
ਅਤੇ ਸਾਡੇ ਪ੍ਰਭੂ ਯਿਸੂ ਮਸੀਹ ਵੱਲ ਵੇਖਣ ਲਈ ਪ੍ਰਭੂ ਯਿਸੂ ਨੇ ਸਾਡੇ ਲਈ ਜੋ ਮੁਕਤੀਕਾਰੀ ਕੰਮ ਜਾਰੀ ਕੀਤੇ ਆ ਅਤੇ ਪ੍ਰਭੂ ਨੇ ਸਾਨੂੰ ਮੁਕਤੀ ਦਿਲਾਈ ਹੈ ਆਪਣੇ ਮੌਤ ਦੇ ਰਾਹੀਂ ਅਤੇ ਜੀ ਉੱਠਣ ਦੇ ਰਾਹੀਂ, ਉਸ ਪ੍ਰਭੂ ਵੱਲ ਜੋ ਵੇਖਦਾ ਹੈ ਤੇ ਉਹਨਾਂ ਦਾ ਐਲਾਨ ਕਰਦਾ ਹੈ ਕਿ ਉਹ ਮਸੀਹਾ ਹੈ, ਉਹ ਪ੍ਰਭੂ ਹੈ, ਉਹ ਬਚਾਇਆ ਜਾਣਗੇ। ਅਤੇ ਉਹਨਾਂ ਵੱਲ ਵੇਖਣ ਵਾਲੇ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਆਸ਼ੀਸ਼ ਦਿੰਦਾ ਤੇ ਉਹਨਾਂ ਨੂੰ ਮੁਕਤੀ ਦਿੰਦਾ ਹੈ। ਤੇ ਪਿਆਰਿਓ, ਅਸੀਂ ਵੇਖਦੇ ਹਾਂ ਸੰਤ ਪੌਲੁਸ ਦੇ ਰੋਮੀਆਂ ਦੇ ਨਾਂ ਦੇ ਪੱਤਰ ਦੇ ਵਿੱਚ ਉਸਦਾ 10 ਬਾਬ ਦੇ ਵਿੱਚ ਵੇਖਦੇ ਹਾਂ, ਮੁਕਤੀ ਸਾਰਿਆਂ ਲਈ ਹੈ। ਸਿਰਫ ਅਸੀਂ ਇਹ ਮੰਨਣਾ ਚਾਹੀਦਾ ਕਿ ਮੇਰਾ ਪ੍ਰਭੂ ਯਿਸੂ ਮਸੀਹ ਮੇਰਾ ਮੁਕਤੀਦਾਤਾ ਹੈ। ਪ੍ਰਭੂ ਯਿਸੂ ਮਸੀਹ ਮੈਨੂੰ ਨਜਾਤ ਬਖਸ਼ਣ ਲਈ, ਮੈਨੂੰ ਮੁਕਤੀ ਦਿਲਾਉਣ ਲਈ ਇਸ ਧਰਤੀ ਉੱਤੇ ਜਨਮ ਲਿਆ ਹੈ ਅਤੇ ਉਹੀ ਖੁਦਾ ਦਾ ਬੇਟਾ ਅੱਜ ਮੇਰੇ ਲਈ, ਤੁਹਾਡੇ ਸਾਰਿਆਂ ਦੇ ਲਈ, ਪੂਰੇ ਦੁਨੀਆ ਦੇ ਲਈ ਆਪਣੀ ਜਾਨ ਕੁਰਬਾਨ ਕੀਤੀ। ਉਹਨਾਂ ਦੇ ਜੀ ਉੱਠਣ ਦੇ ਰਾਹੀਂ ਵੀ ਇਸ ਧਰਤੀ ਉੱਤੇ ਮੁਕਤੀ ਆਈ ਹੈ। ਅੱਜ ਪ੍ਰਭੂ ਯਿਸੂ ਮਸੀਹ ਸਲੀਬ ਦੇ ਉੱਤੇ ਆਪਣੀ ਜਾਨ ਕੁਰਬਾਨ ਕਰ ਦਿੱਤਾ ਅਤੇ ਉਹ ਜਦੋਂ ਮੈਂ ਧਰਤੀ ਤੋਂ ਉੱਤਾਂ ਉਠਾਇਆ ਜਾਵਾਂਗਾ, ਸਾਰੇ ਮਨੁੱਖਾਂ ਨੂੰ ਆਪਣੇ ਵੱਲ ਖਿੱਚ ਲਵਾਂਗਾ। ਸਾਡੇ ਬਚਾਉਣ ਵਾਲਾ ਪ੍ਰਭੂ ਜਿਹੜਾ ਸੂਲੀ ਤੇ ਚੜ ਗਿਆ ਸੀ, ਉਹ ਸਾਨੂੰ ਹਮੇਸ਼ਾ ਆਪਣੇ ਵੱਲ ਆਕਰਸ਼ਿਤ ਕਰਦਾ ਰਹਿੰਦਾ ਹੈ। ਆਓ ਅਸੀਂ ਸਾਰੇ ਮਿਲ ਕੇ ਆਪਣਾ ਪਿਆਰ ਉਹਨਾਂ ਲਈ ਬਿਆਨ ਕਰੀਏ ਜਿਸ ਨੇ ਸਾਡੀਆਂ ਤਕਲੀਫਾਂ ਅਤੇ ਦਰਦ ਆਪਣੇ ਉੱਤੇ ਲੈ ਲਈ ਅਤੇ ਸਾਡੇ ਪਾਪ ਚੁੱਕ ਲਏ। ਸੋ ਪਿਆਰੇ ਬੱਚਿਓ, ਇਹ ਸੱਚਾਈ ਹੈ ਕਿ ਪ੍ਰਭੂ ਯਿਸੂ ਮਸੀਹ ਉਸ ਸਲੀਬ ਦੇ ਉੱਤੇ ਆਪਣੀ ਜਾਨ ਕੁਰਬਾਨ ਕਰਨ ਦੇ ਰਾਹੀਂ ਸਾਨੂੰ ਵੀ ਇੱਕ ਸੱਦਾ ਦਿੰਦਾ ਹੈ ਕਿ ਤੁਸੀਂ ਵੀ ਮੇਰੇ ਵੱਲ ਆਕਰਸ਼ਿਤ ਹੋਵੋ ਅਤੇ ਸੱਚਾ ਤੌਬਾ ਕਰਕੇ, ਜਿਸ ਤਰ੍ਹਾਂ ਪਿਛਲੇ ਅਧਿਆਇ ਦੇ ਵਿੱਚ ਅਸੀਂ ਪੜ੍ਹਿਆ, ਪ੍ਰਭੂ ਯਿਸੂ ਮਾਫ ਕਰਨ ਵਾਲਾ ਹੈ ਅਤੇ ਉਹਨਾਂ ਦੇ ਮਾਫੀ ਨੂੰ ਅਸੀਂ ਅਨੁਭਵ ਕਰਨਾ ਅਤੇ ਪ੍ਰਭੂ ਵੱਲ ਵੇਖਣਾ, ਉਹਨਾਂ ਦੇ ਸਲੀਬ ਵੱਲ ਵੇਖਣਾ। ਜਦੋਂ ਅਸੀਂ ਉਸ ਸਲੀਬ ਵੱਲ ਵੇਖਾਂਗੇ, ਸੱਚਮੁੱਚ ਪ੍ਰਭੂ ਯਿਸੂ ਮੈਨੂੰ ਵੀ ਤੁਹਾਨੂੰ ਵੀ ਉਹੀ ਮੁਕਤੀ ਦੇਵੇਗਾ। ਤੇ ਸੱਚਾਈ ਇਹੀ ਹੈ ਕਿ ਪ੍ਰਭੂ ਯਿਸੂ ਦੇ ਉੱਤੇ ਈਮਾਨ ਲਿਆਉਣ ਵਾਲਿਆਂ ਨੂੰ ਪ੍ਰਭੂ ਯਿਸੂ ਕਦੀ ਵੀ ਨਿਰਾਸ਼ ਨਹੀਂ ਹੋਣ ਦਿੰਦਾ। ਸੰਤ ਮੱਤੀ ਦੀ ਅੰਜੀਲ ਦੇ ਉਸ ਦਾ 28 ਬਾਬ ਦੇ 20ਵਾਂ ਆਇਤ ਵਿੱਚ ਅਸੀਂ ਇਹ ਪੜ੍ਹਦੇ ਹਾਂ, ਮੈਂ ਇਸ ਦੁਨੀਆ ਦੇ ਅੰਤ ਤੱਕ ਤੁਹਾਡੇ ਨਾਲ ਰਹਾਂਗਾ। ਉਹਨਾਂ ਨੂੰ ਅਨੁਭਵ ਕਰਨਾ ਮੇਰਾ ਵੀ ਤੁਹਾਡਾ ਵੀ ਫਰਜ਼ ਹੈ। ਸੋ ਪਿਆਰੇ ਬੱਚਿਓ, ਅੱਜ ਦੇ ਇਸ ਅਧਿਆਇ ਦੇ ਵਿੱਚ ਇਹ ਦੋਨੋਂ ਸੱਚਾਈ ਨੂੰ ਅਸੀਂ ਜਾਣਿਆ, ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਕੀਤੇ ਹੋਏ ਭਵਿੱਖਬਾਣੀਆਂ ਨੂੰ ਪੂਰਾ ਕੀਤਾ ਅਤੇ ਕਿਸ ਤਰ੍ਹਾਂ ਉਸ ਉਜਾੜ ਦੇ ਵਿੱਚ ਸੱਪ ਨੂੰ ਖੜਾ ਕਰਨ ਦੇ ਰਾਹੀਂ ਉਹਨਾਂ ਸਾਰੇ ਲੋਕਾਂ ਨੂੰ ਨਵਾਂ ਜੀਵਨ ਮਿਲਿਆ ਤੇ ਨਵੇਂ ਨੇਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਸਲੀਬ ਦੇ ਉੱਤੇ ਆਪਣੀ ਜਾਨ ਕੁਰਬਾਨ ਕਰਨ ਦੇ ਰਾਹੀਂ ਸਾਨੂੰ ਨਵਾਂ ਜੀਵਨ ਮਿਲਿਆ ਹੈ। ਆਈਏ ਅਸੀਂ ਇਸ ਨਵਾਂ ਜੀਵਨ ਨੂੰ ਅਪਣਾਈਏ, ਆਈਏ ਅਸੀਂ ਇਸ ਨਵਾਂ ਜੀਵਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਵੀਕਾਰ ਕਰੀਏ ਤੇ ਹਮੇਸ਼ਾ ਪ੍ਰਭੂ ਯਿਸੂ ਤੋਂ ਇਸ ਬਰਕਤ ਹਾਸਲ ਕਰਨ ਲਈ ਆਪਣੇ ਆਪ ਨੂੰ ਤਿਆਰ ਕਰਨਾ। ਤਾਲੀਮ ਪੜ੍ਹਨ ਦਾ ਮਕਸਦ ਵੀ ਇਹੀ ਹੈ। ਤਾਲੀਮ ਦੇ ਪੜ੍ਹਾਈ ਦੇ ਰਾਹੀਂ ਸਾਨੂੰ ਸਾਡੀ ਕੈਥੋਲਿਕ ਕਲੀਸਿਆ ਇਹ ਸਿੱਖਿਆ ਦਿੰਦੀ ਹੈ, ਪ੍ਰਭੂ ਯਿਸੂ ਮਸੀਹ ਦੇ ਉੱਤੇ ਆਪਣੇ ਈਮਾਨ ਲਿਆਵੋ ਅਤੇ ਪ੍ਰਭੂ ਯਿਸੂ ਤੋਂ ਆਸ਼ੀਸ਼ਾਂ ਹਾਸਲ ਕਰੋ। ਸਾਕਰਮੈਂਟਾਂ ਦੇਣ ਦੇ ਰਾਹੀਂ ਸਾਨੂੰ ਇਸ ਫਜ਼ਲ ਪ੍ਰਭੂ ਯਿਸੂ ਤੋਂ ਮਿਲਦਾ ਹੈ ਅਤੇ ਇਸ ਫਜ਼ਲ ਦੇ ਰਾਹੀਂ ਅਸੀਂ ਵੀ ਸੱਚਾ ਕੈਥੋਲਿਕ ਬਣ ਸਕਦੇ ਹਾਂ। ਸੋ ਹੁਣ ਆਈਏ ਅਸੀਂ ਅੱਜ ਦਾ ਸਵਾਲ ਜਵਾਬ ਵੱਲ ਜਾਈਏ। ਅੱਜ ਦੇ 7ਵਾਂ ਅਧਿਆਇ ਦੇ ਵਿੱਚ ਅਸੀਂ 5 ਸਵਾਲ ਜਵਾਬ ਪੜ੍ਹਦੇ ਹਾਂ। ਪਹਿਲਾ, ਲੋਕਾਂ ਦੇ ਦੁੱਖ ਦੂਰ ਕਰਨ ਵਾਲੇ ਪ੍ਰਭੂ ਯਿਸੂ ਮਸੀਹ ਦੀ ਕਹਾਣੀ ਬਾਰੇ 5 ਸਤਰਾਂ ਲਿਖੋ। ਮਤਲਬ ਪ੍ਰਭੂ ਯਿਸੂ ਮਸੀਹ ਕਿਸ ਤਰ੍ਹਾਂ ਸਾਨੂੰ ਇਸ ਨਜਾਤ ਬਖਸ਼ਣ ਲਈ ਤੇ ਸਾਡੇ ਦੁੱਖਾਂ ਨੂੰ ਦੂਰ ਕਰਨ ਲਈ ਕਿਸ ਤਰ੍ਹਾਂ ਇਸ ਧਰਤੀ ਉੱਤੇ ਕੰਮ ਕੀਤਾ ਅਤੇ ਪ੍ਰਭੂ ਯਿਸੂ ਦੇ ਇਸ ਕਹਾਣੀ ਦੇ ਬਾਰੇ, ਪ੍ਰਭੂ ਯਿਸੂ ਦੀ ਜ਼ਿੰਦਗੀ ਦੇ ਬਾਰੇ ਕੁਝ ਗੱਲਾਂ ਅਸੀਂ ਲਿਖਣਾ ਜ਼ਰੂਰੀ ਹੈ। ਅਗਲਾ ਸਵਾਲ ਇਹੀ ਹੈ, ਪਵਿੱਤਰ ਬਾਈਬਲ ਦੇ ਪੁਰਾਣੇ ਨੇਮ ਦੇ ਅਨੁਸਾਰ ਪ੍ਰਭੂ ਯਿਸੂ ਦੇ ਬਾਰੇ ਹੋਈਆਂ ਭਵਿੱਖਬਾਣੀਆਂ ਕਿਵੇਂ ਉਹਨਾਂ ਨੇ ਪੂਰੀਆਂ ਕੀਤੀਆਂ। ਸੱਚਾਈ ਇਹੀ ਹੈ ਕਿ ਪ੍ਰਭੂ ਯਿਸੂ ਮਸੀਹ ਸਲੀਬ ਦੇ ਉੱਤੇ ਆਪਣੇ ਜਾਨ ਕੁਰਬਾਨ ਕਰਨ ਦੇ ਰਾਹੀਂ ਇਹਨਾਂ ਸਾਰੇ ਭਵਿੱਖਬਾਣੀਆਂ ਨੂੰ ਪੂਰੀਆਂ ਕੀਤੀਆਂ। ਉਹਨਾਂ ਦੇ ਜਾਨ ਕਿਸ ਤਰ੍ਹਾਂ ਕੁਰਬਾਨ ਕੀਤੀ ਉਹਨਾਂ ਨੇ, ਅਸੀਂ ਵੇਖਦੇ ਹਾਂ, ਪ੍ਰਭੂ ਦਾ ਜ਼ਖਮਾਂ ਨਾਲ ਪੂਰਾ ਸਰੀਰ ਲਹੂ ਲੁਹਾਨ, ਸਿਰ ਉੱਤੇ ਕੰਡਿਆਂ ਦਾ ਤਾਜ, ਹੱਥਾਂ ਵਿੱਚ ਕਿਲ, ਜ਼ਾਲਮ ਦੁਆਰਾ ਉਡਾਈਆਂ ਗਈਆਂ ਮਜ਼ਾਕ, ਪ੍ਰਭੂ ਯਿਸੂ ਨੂੰ ਲੋਕਾਂ ਦਾ ਦੁੱਖ ਹਰਨ ਕਰਨ ਵਾਲੀ ਸੰਪੂਰਨ ਤਸਵੀਰ ਨੂੰ ਦਰਸਾਉਂਦਾ ਹੈ। ਤੇ ਪ੍ਰਭੂ ਯਿਸੂ ਮਸੀਹ ਆਪਣੀ ਜਾਨ ਸਲੀਬ ਦੇ ਉੱਤੇ ਕੁਰਬਾਨ ਕਰਨ ਦੇ ਰਾਹੀਂ ਪਾਸਕਾ ਦੇ ਜੋ ਭੇਦਾਂ ਹਨ ਉਹਨਾਂ ਨੂੰ ਪੂਰਾ ਕਰਨ ਦੇ ਰਾਹੀਂ ਸਾਨੂੰ ਨਜਾਤ ਬਖਸ਼ਿਆ ਹੈ। ਅਗਲਾ ਸਵਾਲ ਇਹ ਹੈ,
ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਪ੍ਰਭੂ ਯਿਸੂ ਮਸੀਹ ਨੂੰ ਇਸ ਗੱਲ ਦਾ ਗਿਆਨ ਸੀ ਕਿ ਉਹ ਕਿਵੇਂ ਲੋਕਾਂ ਦਾ ਮੁਕਤੀਦਾਤਾ ਨਿਯੁਕਤ ਕੀਤਾ ਗਿਆ ਹੈ। ਅਸੀਂ ਵੇਖਦੇ ਹਾਂ ਯਿਸੂ ਮਸੀਹ ਦੇ ਮੁਕਤੀਕਾਰੀ ਦੁੱਖਾਂ ਦੀ ਪਹਿਲੀ ਭਵਿੱਖਬਾਣੀ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਕੈਸਰੀਆ ਫਿਲਿੱਪੀ ਵਿਖੇ ਪਤਰਸ ਨੇ ਇਕਰਾਰ ਕੀਤਾ ਅਤੇ ਪ੍ਰਭੂ ਨੂੰ ਕਿਹਾ, ਤੁਸੀਂ ਮਸੀਹ ਹੋ, ਜਿਉਂਦਾ ਖੁਦਾ ਦੇ ਪੁੱਤਰ। ਤੇ ਉਸ ਦਿਨ ਤੋਂ ਯਿਸੂ ਆਪਣੇ ਚੇਲਿਆਂ ਨੂੰ ਇਹ ਦਰਸਾਉਣ ਲੱਗਾ ਕਿ ਯਰੂਸ਼ਲਮ ਜਾਣਾ ਹੈ ਅਤੇ ਨੇਤਾਵਾਂ, ਮਹਾਪੁਰੋਹਿਤਾਂ ਅਤੇ ਧਰਮ ਗ੍ਰੰਥੀਆਂ ਦੇ ਹੱਥੋਂ ਬਹੁਤ ਦੁੱਖ ਸਹਿਣਾ ਹੈ ਅਤੇ ਮਾਰ ਦਿੱਤਾ ਜਾਣਾ ਹੈ ਅਤੇ ਤੀਜੇ ਦਿਨ ਜਿਉਂਦਾ ਕੀਤਾ ਜਾਣਾ ਹੈ। ਸੋ ਪਿਆਰੇ ਬੱਚਿਓ, ਇਹਦੇ ਵਿੱਚ ਅਸੀਂ ਇਹ ਜਾਣਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਦੇ ਜੋ ਭਵਿੱਖਬਾਣੀ ਉਹਨਾਂ ਨੇ ਕੀਤੀਆਂ, ਖੁਦ ਉਹਨਾਂ ਨੇ ਆਪਣੇ ਮੌਤ ਦੇ ਬਾਰੇ, ਜੀ ਉੱਠਣ ਦੇ ਬਾਰੇ ਭਵਿੱਖਬਾਣੀ ਕੀਤੀ। ਉਹਨਾਂ ਸਾਰੇ ਭਵਿੱਖਬਾਣੀਆਂ ਨੂੰ ਪੂਰਾ ਕਰਨ ਦੇ ਬਾਰੇ ਪ੍ਰਭੂ ਯਿਸੂ ਪਹਿਲੇ ਹੀ ਦੱਸ ਦਿੱਤਾ ਅਤੇ ਉਹਨਾਂ ਦੇ ਮੌਤ ਦੇ ਰਾਹੀਂ ਤੇ ਜੀ ਉੱਠਣ ਦੇ ਰਾਹੀਂ ਉਸ ਨੂੰ ਪ੍ਰਭੂ ਨੇ ਪੂਰਾ ਕੀਤੀਆਂ। ਤੇ ਇਸ ਤਰ੍ਹਾਂ ਪ੍ਰਭੂ ਯਿਸੂ ਨੂੰ ਪਤਾ ਲੱਗਾ, ਉਹਨਾਂ ਦੇ ਮਨ ਦੇ ਵਿੱਚ ਇਹ ਗਿਆਨ ਸੀ ਕਿ ਉਹ ਲੋਕਾਂ ਦੇ ਵਿੱਚ ਹਵਾਲੇ ਕੀਤੇ ਜਾਣਗੇ, ਉਹਨਾਂ ਨੂੰ ਮਰਨਾ ਹੀ ਪਊਗਾ ਤੇ ਜੀ ਉੱਠਣਾ ਪਊਗਾ। ਅਗਲਾ ਸਵਾਲ ਅਸੀਂ ਵੇਖਦੇ ਹਾਂ, ਕਦੋਂ ਯਿਸੂ ਨੇ ਪਤਰਸ ਨੂੰ ਕਿਹਾ ਕਿ ਸ਼ੈਤਾਨ ਤੇਰੇ ਪਿੱਛੇ ਹੈ। ਪ੍ਰਭੂ ਯਿਸੂ ਮਸੀਹ ਉਹਨਾਂ ਨੇ ਇਹ ਸਵਾਲ ਪੁੱਛਿਆ ਸੀ ਕਿ ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ। ਪਤਰਸ ਨੇ ਇਹ ਜਵਾਬ ਦਿੱਤਾ ਕਿ ਤੁਸੀਂ ਮਸੀਹ ਹੋ, ਜਿਉਂਦੇ ਖੁਦਾ ਦਾ ਪੁੱਤਰ। ਲੇਕਿਨ ਬਾਅਦ ਵਿੱਚ ਪ੍ਰਭੂ ਯਿਸੂ ਮਸੀਹ ਆਪਣੇ ਦੁੱਖਾਂ ਦੇ ਬਾਰੇ, ਆਪਣੇ ਮੌਤ ਦੇ ਬਾਰੇ, ਜੀ ਉੱਠਣ ਦੇ ਬਾਰੇ ਕਿਹਾ, ਉਸ ਸਮਾਂ ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਖੁਦਾ ਨਾ ਕਰੇ, ਪ੍ਰਭੂ ਇਸ ਤਰ੍ਹਾਂ ਤੁਹਾਡੇ ਨਾਲ ਕਦੀ ਨਾ ਵਾਪਰੇ। ਪਰ ਪ੍ਰਭੂ ਯਿਸੂ ਮਸੀਹ ਨੇ ਉਸ ਸਮਾਂ ਉਹਨਾਂ ਨੂੰ ਮੁੜ ਕੇ ਕਿਹਾ ਕਿ ਸ਼ੈਤਾਨ ਮੇਰੇ ਤੋਂ ਪਿੱਛੇ ਹੋ ਜਾ, ਮੇਰੇ ਤੋਂ ਦੂਰ ਹੋ ਜਾ, ਕਿਉਂਕਿ ਇਹ ਤੁਹਾਡੀ ਸੋਚ, ਜੋ ਸੋਚ ਤੁਹਾਡੇ ਮਨ ਦੇ ਵਿੱਚ ਹੈ, ਉਹ ਖੁਦਾ ਵੱਲੋਂ ਨਹੀਂ ਸਗੋਂ ਇਨਸਾਨ ਵੱਲੋਂ ਹੈ, ਦੁਨੀਆ ਵੱਲੋਂ ਹੈ। ਇਸ ਸਮਾਂ ਪ੍ਰਭੂ ਯਿਸੂ ਮਸੀਹ ਨੇ ਇਹ ਗੱਲ ਕਹੀ। ਆਖਰੀ ਸਵਾਲ ਇਹੀ ਹੈ, ਪ੍ਰਭੂ ਯਿਸੂ ਦੇ ਵਿੱਚ ਕਿਸੇ ਦੇ ਸੱਪ ਦਾ ਚਿੰਨ੍ਹੀਕਰਨ ਕਿਸ ਤਰ੍ਹਾਂ ਹੁੰਦਾ ਹੈ। ਪ੍ਰਭੂ ਯਿਸੂ ਮਸੀਹ ਜਿਸ ਤਰ੍ਹਾਂ ਉਜਾੜ ਦੇ ਵਿੱਚ, ਪੁਰਾਣੇ ਨਿਯਮ ਦੇ ਵਿੱਚ ਅਸੀਂ ਵੇਖਦੇ ਹਾਂ, ਜਿਸ ਤਰ੍ਹਾਂ ਇਸਰਾਇਲ ਕੌਮ ਨੂੰ ਬਚਾਉਣ ਲਈ ਉਸ ਲੱਕੜ ਦੇ ਉੱਤੇ ਸਲੀਬ ਦੀ ਜੋ ਮੂਰਤੀ ਲਾਇਆ ਹੋਇਆ ਸੀ, ਉਸ ਸਮਾਂ ਜਿੰਨਾ ਕਿ ਲੋਕਾਂ ਨੇ ਉਹਨਾਂ ਵੱਲ ਵੇਖਿਆ, ਉਹਨਾਂ ਨੂੰ ਮੁਕਤੀ ਮਿਲੀ, ਉਹਨਾਂ ਨੂੰ ਨਵਾਂ ਜੀਵਨ ਮਿਲਿਆ। ਲੇਕਿਨ ਪ੍ਰਭੂ ਯਿਸੂ ਮਸੀਹ ਜਦੋਂ ਸਲੀਬ ਦੇ ਉੱਤੇ ਆਪਣੀ ਜਾਨ ਕੁਰਬਾਨ ਕੀਤੀ, ਜਦੋਂ ਪ੍ਰਭੂ ਯਿਸੂ ਮਸੀਹ ਲੋਕਾਂ ਦੇ ਲਈ ਮਰ ਕੇ ਫਿਰ ਜੀ ਉੱਠਿਆ ਹੈ, ਉਸ ਸਮਾਂ ਪ੍ਰਭੂ ਯਿਸੂ ਮਸੀਹ ਇਨਸਾਨ ਨੂੰ ਉਹਨਾਂ ਦੇ ਗੁਨਾਹਾਂ ਤੋਂ, ਉਹਨਾਂ ਦੇ ਦੁੱਖਾਂ ਤੋਂ ਮੁਕਤੀ ਦਿੱਤੀ ਹੈ, ਨਜਾਤ ਬਖਸ਼ਿਆ ਹੈ। ਸੋ ਆਈਏ ਅਸੀਂ ਇਹਨਾਂ ਸਾਰੇ ਸੱਚਾਈ ਨੂੰ ਜਾਣੀਏ ਅਤੇ ਇਸ ਤਾਲੀਮ ਨੂੰ ਆਪਣੇ ਦਿਲਾਂ ਦੇ ਵਿੱਚ ਰਹਿ ਕੇ ਸੱਚਾ ਕੈਥੋਲਿਕ ਬਣਨ ਲਈ ਇਹਨਾਂ ਸੱਚਾਈ ਨੂੰ ਜਾਣਨਾ ਵੀ ਜ਼ਰੂਰੀ ਹੈ। ਤੇ ਸੱਚਾ ਕੈਥੋਲਿਕ ਉਹੀ ਹੈ ਜੋ ਆਪਣੇ ਵਿਸ਼ਵਾਸ ਦੇ ਨਾਲ ਹੀ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਪ੍ਰਭੂ ਮੰਨਦਾ ਹੈ ਅਤੇ ਖੁਦਾ ਵੱਲੋਂ ਜੋ ਸਾਨੂੰ ਪ੍ਰੇਰਣਾ ਮਿਲਦੀ ਹੈ, ਉਸ ਪ੍ਰੇਰਣਾ ਦੇ ਰਾਹੀਂ ਇਹ ਐਲਾਨ ਕਰਦੇ ਹਨ ਕਿ ਮੇਰਾ ਪ੍ਰਭੂ ਮੈਨੂੰ ਵੀ ਇਸ ਦੁਨੀਆ ਨੂੰ ਵੀ ਬਚਾਉਣ ਲਈ ਆਇਆ ਹੈ। ਸੋ ਪਿਆਰੇ ਬੱਚਿਓ, ਇਹਨਾਂ ਸੱਚਾਈ ਨੂੰ ਜਾਣੀਏ ਤੇ ਤਾਲੀਮ ਦੇ ਰਾਹੀਂ ਆਪਣੇ ਵਿਸ਼ਵਾਸ ਨੂੰ ਹੋਰ ਵੀ ਮਜ਼ਬੂਤ ਕਰੀਏ। ਸੋ ਹੁਣ ਅਗਲਾ ਅਧਿਆਇ ਲੈ ਕੇ ਅਗਲੇ ਹਫਤੇ ਦੇ ਵਿੱਚ ਅਸੀਂ ਆਵਾਂਗੇ ਤੇ ਉਹਨੇ ਸਮਾਂ ਤੱਕ ਤੁਸੀਂ ਰਿਵਾਈਜ਼ ਕਰੋ ਇਸ 7ਵਾਂ ਅਧਿਆਇ ਅਤੇ ਖੁਦਾ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਆਸ਼ੀਸ਼ ਦੇਵੇ, ਬਰਕਤਾਂ ਦੇਵੇ, ਹਮੇਸ਼ਾ ਹਰ ਤਰ੍ਹਾਂ ਦੇ ਆਫਤਾਂ ਤੋਂ, ਬਿਮਾਰੀਆਂ ਤੋਂ ਤੁਹਾਨੂੰ ਪ੍ਰਭੂ ਯਿਸੂ ਬਚਾ ਕੇ ਰੱਖੇ। ਆਮੀਨ।